ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 24 ਜੁਲਾਈ ਹੈ ਤੇ ਦਿਨ ਸ਼ਨੀਵਾਰ ਹੈ। ਅੱਜ ਦੇ ਦਿਨ ਦੀਆਂ ਖਬਰਾਂ ਦੇ ਵਿਸਤਾਰ ਤੋਂ ਪਹਿਲਾਂ ਖਾਸ ਖਬਰਾਂ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਬੇਅਦਬੀ ਕਾਂਡ ਦੇ ਨਾਲ ਜੁੜੀ ਖਬਰ ਦੱਸਾਂਗੇ। ਇਸ ਕੇਸ ਦੇ ਵਿੱਚ ਡੇਰਾ ਸਿਰਸਾ ਕਮੇਟੀ ਦੇ 3 ਮੈਂਬਰਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਨੇ। ਵਿਸ਼ੇਸ਼ ਜਾਂਚ ਟੀਮ ਦੀ ਇੱਕ ਅਰਜ਼ੀ ਨੂੰ ਸਵੀਕਾਰ ਕਰਦਿਆਂ ਫਰੀਦਕੋਟ ਦੇ ਇਲਾਕਾ ਮੈਜਿਸਟ੍ਰੇਟ ਨੇ ਡੇਰਾ ਸੌਦਾ ਦੀ ਕਮੇਟੀ ਦੇ 3 ਮੈਂਬਰਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਨੇ। ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ। ਡੇਰੇ ਦੀ ਕਮੇਟੀ ਦੇ ਮੈਂਬਰ ਹਰਸ਼ਤੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੇ ਡੇਰਾ ਸਿਰਸਾ ਵਿੱਚ ਮੀਟਿੰਗ ਦੌਰਾਨ ਪਿੰਡ ਬੁਰਜ ਜਵਾਰ ਸਿੰਘ ਵਾਲਾ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ ਅੰਗ ਗਲੀਆਂ ਵਿੱਚ ਖਿਲਾਰਨ ਅਤੇ ਪਿੰਡ ਬਰਗਾੜੀ ਦੇ ਵਿੱਚ ਇਤਰਾਜ਼ਯੋਗ ਪੋਸਟਰ ਲਾਉਣ ਦੀ ਸਾਜ਼ਿਸ਼ ਘੜੀ ਸੀ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੰਜਾਬ ਪੁਲਿਸ ਪਿਛਲੇ 2 ਸਾਲਾਂ ਤੋਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਵਿੱਚ ਛਾਪੇ ਮਾਰ ਰਹੀ ਹੈ, ਪਰ ਹਾਲੇ ਤੱਕ ਇਹ गिरफ्तार नहीं किए जा सके। ਤੇ ਉਧਰ ਸਰਬੱਤ ਖਾਲਸਾ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਵੱਲੋਂ ਪੰਜਾਬ ਸਰਕਾਰ ਦੇ 2 ਮੰਤਰੀ ਤੇ 3 ਵਿਧਾਇਕਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਹੈ। ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਨੂੰ ਖਤਮ ਕਰਾਉਣ ਵੇਲੇ ਕੀਤੇ ਵਾਅਦਿਆਂ ਤੋਂ ਭੱਜਣ ਦੇ ਦੋਸ਼ ਵਿੱਚ ਪੰਜਾਬ ਸਰਕਾਰ ਦੇ 2 ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ 3 ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ ਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ 2 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ। ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੱਲ ਤਾਜਪੋਸ਼ੀ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਇਸ ਮੌਕੇ ਹਾਜ਼ਰ ਰਹੇ। ਹਾਲਾਂਕਿ ਕੈਪਟਨ ਦੀ ਹਾਜ਼ਰੀ ਨੇ ਸਭ ਕੁਝ ਚੰਗਾ ਹੋਣ ਦੇ ਸੰਕੇਤ ਤਾਂ ਜ਼ਰੂਰ ਦਿੱਤੇ, ਪਰ ਇਹਨਾਂ ਦੋਵਾਂ ਲੀਡਰਾਂ ਦੇ ਨਾ ਦਿਲ ਮਿਲਦੇ ਵੇਖੇ ਗਏ ਤੇ ਨਾ ਹੀ ਹੱਥ। ਦੋਵੇਂ ਸਟੇਜ ਤੇ ਇਕੱਠੇ ਤਾਂ ਜ਼ਰੂਰ ਬੈਠੇ ਸੀ, ਪਰ ਦੋਵਾਂ ਦਾ ਮੂੰਹ ਇੱਕ ਦੂਜੇ ਦੇ ਵੱਲ ਨਹੀਂ ਸੀ, ਨਾ ਹੀ ਦੋਵਾਂ ਨੇ ਸਟੇਜ ਤੇ ਬੈਠਿਆਂ ਨੇ ਕੋਈ ਗੱਲ ਹੀ ਸਾਂਝੀ ਕੀਤੀ। ਤੇ ਮੋਗਾ ਦੇ ਵਿੱਚ ਸਿੱਧੂ ਦੇ ਪ੍ਰਧਾਨਗੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਕਾਂਗਰਸੀਆਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। 3 ਜਣਿਆਂ ਦੀ ਮੌਤ ਹੋ ਗਈ, 40 ਜਣੇ ਹਾਦਸੇ ਵਿੱਚ ਜ਼ਖਮੀ ਹੋ ਗਏ। ਕੈਪਟਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਦੇਣ ਦਾ ਐਲਾਨ ਕਰ ਦਿੱਤਾ। ਕੱਲ ਤਾਜਪੋਸ਼ੀ ਸਮਾਗਮ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੁਰੰਤ ਜ਼ਖਮੀਆਂ ਨੂੰ ਮਿਲਣ ਲਈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਪਹੁੰਚੇ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਸਿੱਧੂ ਦੇ ਨਾਲ ਕਈ ਵਿਧਾਇਕ ਵੀ ਹਾਜ਼ਰ ਸਨ। ਜਗਰਾਉਂ ਦੇ ਵਿੱਚ ਸਿੱਧੂ ਦੀ ਤਾਜਪੋਸ਼ੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਚੰਡੀਗੜ੍ਹ ਜਾ ਰਹੇ ਕਾਂਗਰਸੀਆਂ ਦਾ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਕਿਸਾਨ ਘੋਲ ਦੇ ਗੱਦਾਰ ਮੁਰਦਾਬਾਦ ਦੇ ਨਾਅਰੇ ਇਸ ਮੌਕੇ ਗੂੰਜਦੇ ਦਿਖਾਈ ਦਿੱਤੇ ਤੇ ਸਿੱਧੂ ਦੀ ਤਾਜਪੋਸ਼ੀ ਨੇ ਚੰਡੀਗੜ੍ਹ ਵਾਲਿਆਂ ਨੂੰ ਵੀ ਕਾਫੀ ਪਰੇਸ਼ਾਨ ਕੀਤਾ। ਤਾਜਪੋਸ਼ੀ ਵਿੱਚ ਸ਼ਾਮਿਲ ਹੋਣ ਲਈ ਇੰਨੇ ਲੋਕ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਪਹੁੰਚ ਰਹੇ ਸੀ ਕਿ ਪੁਲਿਸ ਨੇ ਕਈ ਰਾਹਾਂ ਨੂੰ ਬੰਦ ਹੀ ਕਰ ਦਿੱਤਾ, ਜਿਸ ਕਰਕੇ ਸਥਾਨਕ ਲੋਕ ਖੱਜਲ ਖੁਆਰ ਹੋਏ। ਕਈ ਘੰਟੇ ਤੱਕ ਜਿਹੜਾ ਜਾਮ ਦੇ ਵਿੱਚ ਵੀ ਵਾਹਨ ਚਾਲਕਾਂ ਨੂੰ ਫਸ ਕੇ ਖੜਨਾ ਪਿਆ। ਉਧਰ ਕਿਸਾਨਾਂ ਦੀ ਸੰਸਦ ਦਾ ਕੱਲ ਦੂਸਰਾ ਦਿਨ ਸੀ ਤੇ ਕਿਸਾਨਾਂ ਦੀ ਸੰਸਦ ਦੇ ਵਿੱਚ ਖੇਤੀਬਾੜੀ ਮੰਤਰੀ ਬਣੇ ਨਰਿੰਦਰ ਤੋਮਰ ਨੂੰ ਅਸਤੀਫਾ ਦੇਣਾ ਪਿਆ। ਕਿਸਾਨਾਂ ਦੀ ਸੰਸਦ ਦੇ ਵਿੱਚ ਖੇਤੀਬਾੜੀ ਮੰਤਰੀ ਰਵਨੀਤ ਸਿੰਘ ਬਰਾੜ ਬਣੇ ਹੋਏ ਸੀ। ਅਸਤੀਫਾ ਇਸ ਕਰਕੇ ਦੇਣਾ ਪਿਆ ਕਿਉਂਕਿ ਖੇਤੀਬਾੜੀ ਮੰਤਰੀ ਪ੍ਰਾਈਵੇਟ ਮੰਡੀਆਂ ਤੇ APMC ਮੰਡੀਆਂ ਭੰਗ ਕਰਨ ਵਾਲੇ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਕਾਨੂੰਨ ਤਹਿਤ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਕਿਸਾਨਾਂ ਦੀ ਸੰਸਦ ਦੇ ਵਿੱਚ ਪੀਪਲਜ਼ ਵਿਪ ਦੀ ਉਲੰਘਣਾ ਕਰਕੇ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਜਾਣ ਵਾਲੇ ਸੰਸਦ ਮੈਂਬਰਾਂ ਦੇ ਖਿਲਾਫ ਨਿਖੇਧੀ ਮਤਾ ਵੀ ਪਾਸ ਕੀਤਾ ਗਿਆ। ਕਿਸਾਨਾਂ ਦੀ ਸੰਸਦ ਤਾਂ ਕੱਲ ਬੜੇ ਵਧੀਆ ਤਰੀਕੇ ਦੇ ਨਾਲ ਚੱਲੀ, ਪਰ ਭਾਰਤੀ ਸੰਸਦ ਹੰਗਾਮੇ ਕਾਰਨ ਮੁਲਤਵੀ ਕਰ ਦਿੱਤੀ ਗਈ। ਸੋਮਵਾਰ ਤੱਕ ਲੋਕ ਸਭਾ ਤੇ ਰਾਜ ਸਭਾ ਹੁਣ ਸੋਮਵਾਰ ਨੂੰ ਮੁੜ ਜੁੜਨਗੀਆਂ। ਦੋਵੇਂ ਸਭਾਵਾਂ ਦੇ ਵਿੱਚ ਪੈਗਾਸਸ ਮਾਮਲੇ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਵਿਰੋਧੀ ਧਿਰਾਂ ਨੇ ਹੰਗਾਮੇ ਕੀਤੇ ਤੇ ਹੁਣ ਕਿਸਾਨ ਸੰਸਦ ਵੀ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਤੇ ਦਿੱਲੀ ਦੀ ਪਾਰਲੀਮੈਂਟ ਸਟਰੀਟ ਦੀ ਤਰਜ਼ ਦੇ ਉੱਤੇ ਕਿਸਾਨਾਂ ਨੇ ਪੰਜਾਬ ਦੇ ਵਿੱਚ ਵੀ ਕਿਸਾਨ ਸੰਸਦ ਸ਼ੁਰੂ ਕਰ ਦਿੱਤੀ ਹੈ ਤੇ ਇਹ ਥਾਂ ਹੈ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਦੇ ਮੂਹਰੇ ਲੱਗੇ ਪੱਕੇ ਧਰਨੇ ਦੇ ਵਿੱਚ। ਕਿਲਾ ਰਾਏਪੁਰ ਦੇ ਵਿੱਚ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਦੇ ਮੂਹਰੇ ਜਿੱਥੇ ਪੱਕਾ ਧਰਨਾ ਲੱਗਿਆ, ਉੱਥੇ ਕਿਸਾਨਾਂ ਨੇ ਕੱਲ ਸੰਸਦ ਲਾਈ। ਸੰਸਦ ਦੇ ਸਮਾਗਮ ਦੀ ਸ਼ੁਰੂਆਤ ਰਘਬੀਰ ਸਿੰਘ ਬੈਨੀਪਾਲ ਨੂੰ ਸਪੀਕਰ ਤੇ ਦਵਿੰਦਰ ਸਿੰਘ ਕਿਲਾ ਰਾਏਪੁਰ ਨੂੰ ਡਿਪਟੀ ਸਪੀਕਰ ਚੁਣਨ ਦੇ ਨਾਲ ਹੋਈ। ਤੇ ਉਧਰ ਪੰਜਾਬ ਸਰਕਾਰ ਨੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਅੰਦਰ ਖਾਤੇ ਸ਼ੁਰੂ ਕਰ ਦਿੱਤੀ ਹੈ। ਅਕਾਲੀਆਂ ਦੇ ਨਾਲ ਗੱਠਜੋੜ ਕਰਨ ਵਾਲੀ ਬਹੁਜਨ ਸਮਾਜ ਪਾਰਟੀ ਨੇ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ 27 ਨੂੰ ਰੋਸ ਮਾਰਚ ਕੱਢਣ ਦਾ ਫੈਸਲਾ ਲਿਆ ਹੈ। 27 ਜੁਲਾਈ ਨੂੰ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਹਰਿਆਣਾ ਦੇ ਸਿਰਸਾ ਦੇ ਵਿੱਚ ਜਿੱਥੇ 5 ਗ੍ਰਿਫਤਾਰ ਕਿਸਾਨਾਂ ਨੂੰ ਜ਼ਮਾਨਤ ਤੇ ਰਿਹਾ ਕੀਤਾ ਗਿਆ ਹੈ, ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਆਪਣਾ ਮਰਨ ਵਰਤ ਵੀ ਖਤਮ ਕਰ ਦਿੱਤਾ ਹੈ। ਉੱਥੇ ਕੱਲ ਫਿਰ
ਸਿਰਸਾ ਦੇ ਵਿੱਚ ਪੁਲਿਸ ਨੇ ਕੌਮੀ ਮਾਰਗ ਜਾਮ ਕਰਨ ਵਾਲੇ 400 ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। 21 ਜੁਲਾਈ ਨੂੰ 2 ਘੰਟਿਆਂ ਦੇ ਲਈ ਨੈਸ਼ਨਲ ਹਾਈਵੇ ਕਿਸਾਨਾਂ ਨੇ ਜਾਮ ਕੀਤਾ ਸੀ। ਕੱਲ ਪੰਜਾਬ ਦੇ ਸਾਰੇ ਮੋਰਚਿਆਂ ਦੇ ਵਿੱਚ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਖਿਲਾਫ ਨਾਅਰਿਆਂ ਦੀ ਉੱਚੀ ਗੂੰਜ ਪਈ। ਹਾਲਾਂਕਿ ਕਿਸਾਨਾਂ ਬਾਰੇ ਵਿਵਾਦਿਤ ਬਿਆਨ ਦੇਣ ਵਾਲੀ ਮੀਨਾਕਸ਼ੀ ਲੇਖੀ ਨੇ ਆਪਣੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ, ਕਹਿ ਕੇ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਹੈ। ਕੱਲ ਚੰਡੀਗੜ੍ਹ ਦੇ ਵਿੱਚ ਜਿੱਥੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦਾ ਸਮਾਗਮ ਹੋ ਰਿਹਾ ਸੀ, ਉੱਥੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਕੱਚੇ ਅਧਿਆਪਕਾਂ ਨੇ ਚੰਡੀਗੜ੍ਹ ਵੱਲ ਨੂੰ ਚਾਲੇ ਪਾ ਦਿੱਤੇ, ਪਰ ਪੁਲਿਸ ਨੇ ਕੈਪਟਨ ਦੀ ਕੋਠੀ ਘੇਰਨ ਜਾਂਦੇ ਕੱਚੇ ਅਧਿਆਪਕਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ। ਪਰ ਪੁਲਿਸ ਨੂੰ ਭਾਜੜਾਂ ਉਦੋਂ ਪੈ ਗਈਆਂ ਜਦੋਂ ਕੱਚੇ ਅਧਿਆਪਕ ਕਾਂਗਰਸ ਭਵਨ ਦੀ ਛੱਤ ਤੇ ਜਾ ਕੇ ਚੜ੍ਹ ਗਏ। ਜਿਵੇਂ ਹੀ ਸਿੱਧੂ ਦਾ ਤਾਜਪੋਸ਼ੀ ਸਮਾਗਮ ਨਿਬੜਿਆ, ਹਾਲੇ ਮੰਤਰੀ ਤੇ ਵਿਧਾਇਕ ਤੇ ਸਾਰੇ ਲੀਡਰ ਭਵਨ ਦੇ ਅੰਦਰ ਹੀ ਸੀਗੇ ਤੇ ਕੱਚੇ ਅਧਿਆਪਕ ਪੰਜਾਬ ਕਾਂਗਰਸ ਭਵਨ ਦੀ ਛੱਤ ਤੇ ਜਾ ਕੇ ਚੜ੍ਹ ਗਏ ਸੀ, ਅੰਦਰ ਦਾਖਲ ਹੋ ਗਏ ਸੀ ਕੰਧਾਂ ਟੱਪ ਕੇ। ਤਾਂ ਪੁਲਿਸ ਨੇ ਖਿੱਚ-ਤੂ ਕਰਕੇ ਇਹਨਾਂ ਅਧਿਆਪਕਾਂ ਨੂੰ ਬਾਹਰ ਕੱਢਿਆ, ਜਿਸ ਦੇ ਵਿੱਚ ਮਹਿਲਾ ਅਧਿਆਪਕਾਂ ਵੀ ਸ਼ਾਮਲ ਸਨ। ਤੇ ਇਸੇ ਤਰ੍ਹਾਂ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਕੱਲ ਪੰਜਾਬ ਭਰ ਤੋਂ ਪਹੁੰਚੇ ਡਾਕਟਰਾਂ ਨੇ ਕੈਪਟਨ ਦੀ ਰਿਹਾਇਸ਼ ਵੱਲ ਰੋਸ ਮਾਰਚ ਕੱਢਿਆ। ਇਸ ਮੌਕੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਖਾਸ ਤੌਰ ਤੇ ਡਾਕਟਰਾਂ ਦੇ ਕੋਲ ਪਹੁੰਚੇ ਅਤੇ ਸਿੱਧੂ ਨੇ ਮੰਗਾਂ ਮੰਨਣ ਦਾ ਭਰੋਸਾ ਜ਼ਰੂਰ ਦਿੱਤਾ। ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ। ਬੈਂਸ ਨੂੰ ਹੁਣ ਜਬਰ ਜਨਾਹ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਝਟਕਾ ਦੇ ਦਿੱਤਾ ਹੈ। ਸੁਣਵਾਈ ਕਰਦਿਆਂ ਹਾਈ ਕੋਰਟ ਨੇ ਬੈਂਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਪੀੜਤ ਮਹਿਲਾ ਨੇ ਵਿਧਾਇਕ ਬੈਂਸ ਦੀ ਗ੍ਰਿਫਤਾਰੀ ਮੰਗੀ ਹੈ। ਪੰਜਾਬ ਦੇ ਵਿੱਚ ਭਾਰਤੀ ਫੌਜ ਦੇ ਵੱਖ-ਵੱਖ ਵਰਗਾਂ ਦੇ ਲਈ ਜਿਹੜੀ ਲਿਖਤੀ ਪ੍ਰੀਖਿਆ ਹੋਣੀ ਸੀ 25 ਜੁਲਾਈ ਕੱਲ ਨੂੰ, ਉਹ ਹੁਣ ਮੁਲਤਵੀ ਕਰ ਦਿੱਤੀ ਗਈ ਹੈ। ਅਗਲੀ ਤਰੀਕ ਦਾ ਐਲਾਨ ਜਲਦੀ ਕੀਤਾ ਜਾਵੇਗਾ। ਚੰਡੀਗੜ੍ਹੀਆਂ ਦੇ ਲਈ ਖਾਸ ਧਿਆਨ ਰੱਖਣ ਵਾਲੀ ਖਬਰ ਹੈ, ਕਿਉਂਕਿ ਪ੍ਰਸ਼ਾਸਨ ਨੇ ਇੱਥੇ 600 ਕੈਮਰੇ ਲਾ ਦਿੱਤੇ ਨੇ। ਚੰਡੀਗੜ੍ਹ ਦੇ ਹਰ ਚੌਂਕ ਦੇ ਵਿੱਚ ਹਾਈਟੈਕ ਕੈਮਰੇ ਲਾਏ ਗਏ ਨੇ, ਜਿਹੜੇ ਕਿ ਵਾਹਨ ਚਾਲਕਾਂ ਤੇ ਪੂਰੀ ਨਜ਼ਰ ਰੱਖਣਗੇ ਤੇ ਜਿਹੜੇ ਵੀ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ, ਉਹਨਾਂ ਦੇ ਘਰੇ ਚਲਾਨ ਭੇਜੇ ਜਾਣਗੇ। ਜੇ ਉਹ ਚਲਾਨ ਨਹੀਂ ਭਰਦੇ ਤਾਂ ਪੁਲਿਸ ਜਾ ਕੇ ਉਹਨਾਂ ਦੇ ਘਰੇ ਜਾ ਕੇ ਚਲਾਨ ਖੁਦ ਭਰਵਾਏਗੀ। ਪੀਲੀ ਲਾਈਨ ਦੇ ਖੱਬੇ ਪਾਸੇ ਵਾਹਨ ਚਲਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਪੀਲੀ ਲਾਈਨ ਹੈ ਜਿਹੜੀ ਇਹ ਬੱਸ 3 ਵੀਲਰ ਜਾਂ ਵਪਾਰਿਕ ਵਾਹਨਾਂ ਦੇ ਲਈ ਲਾਈ ਗਈ ਹੈ, ਜਿਨ੍ਹਾਂ ਨੇ ਸਵਾਰੀਆਂ ਨੂੰ ਉਤਾਰਨਾ ਜਾਂ ਚੜਾਉਣਾ ਹੁੰਦਾ ਹੈ। ਟੋਕੀਓ ਦੇ ਵਿੱਚ ਕੱਲ ਓਲੰਪਿਕਸ ਦਾ ਰੰਗਾ ਰੰਗ ਆਗਾਜ਼ ਹੋ ਗਿਆ। ਇਹਨਾਂ ਖੇਡਾਂ ਦੀ ਸ਼ੁਰੂਆਤ ਵਿੱਚ ਕਰੋਨਾ ਮਹਾਮਾਰੀ 2011 ਭੂਚਾਲ ਤੇ ਸੁਨਾਮੀ ਪੀੜਤਾਂ ਦੀ ਯਾਦ ਵਿੱਚ 1 ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਭਾਰਤੀ ਖੇਡ ਦਸਤੇ ਦੀ ਅਗਵਾਈ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਓਲੰਪਿਕਸ ਤਗਮਾ ਜੇਤੂ ਮੁੱਕੇਬਾਜ਼ ਮੈਰੀ ਕੌਮ ਨੇ ਕੀਤੀ। ਕੱਲ ਪਹਿਲੇ ਦਿਨ ਭਾਰਤੀ ਤੀਰ ਅੰਦਾਜ਼ਾਂ ਦਾ ਰਲਮਾ ਮਿਲਮਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ, ਪਰ ਇਸ ਵਾਰ ਦੀਆਂ ਟੋਕੀਓ ਓਲੰਪਿਕਸ ਬਹੁਤ ਵੱਖਰੀਆਂ ਨੇ। ਨਾ ਤਾੜੀਆਂ ਦੀ ਗੂੰਜ ਹੈ, ਨਾ ਹੀ ਕੋਈ ਹੱਲਾਸ਼ੇਰੀ ਹੈ, ਕਿਉਂਕਿ ਇਹਨਾਂ ਖੇਡਾਂ ਦੇ ਵਿੱਚ ਸਿਰਫ ਖਿਡਾਰੀ ਅਤੇ ਪ੍ਰਬੰਧਕ ਹੀ ਸ਼ਾਮਿਲ ਹੋ ਸਕਦੇ ਨੇ, ਦਰਸ਼ਕ ਨਹੀਂ ਆ ਸਕਦੇ। ਖੇਡਾਂ ਦੀ ਗੱਲ ਚੱਲੀ ਹੈ ਤਾਂ ਪੰਜਾਬ ਦੇ ਵੀ ਇੱਕ ਪਿੰਡ ਦੇ ਵਿੱਚ ਕੱਲ ਰਾਤ ਨੂੰ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਹੋਏ। ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਜਿੰਦੋਵਾਲ ਦੇ ਵਿੱਚ ਫੁੱਟਬਾਲ ਟੂਰਨਾਮੈਂਟ ਕਰਵਾਏ ਗਏ, ਜਿਨ੍ਹਾਂ ਦਾ ਕੱਲ ਫਾਈਨਲ ਮੈਚ ਦਾ ਖਾਲਸ ਟੀਵੀ ਤੇ ਦਿਖਾਇਆ ਗਿਆ। ਪਿੰਡ ਧਮਾਈ ਅਤੇ ਪਿੰਡ ਮੁੱਗੋਵਾਲ ਦੀਆਂ ਟੀਮਾਂ ਦੇ ਵਿਚਾਲੇ ਫਾਈਨਲ ਦੇ ਵਿੱਚ ਭੇੜ ਹੋਇਆ ਤੇ ਪਿੰਡ ਮੁੱਗੋਵਾਲ ਦੀ ਟੀਮ ਨੇ ਇਹ ਮੈਚ 4-1 ਦੇ ਫਰਕ ਦੇ ਨਾਲ ਜਿੱਤ ਲਿਆ। ਇਸ ਪੂਰੇ ਟੂਰਨਾਮੈਂਟ ਦੇ ਵਿੱਚ ਮਨੀਸ਼ਾ ਜਿਹੜੀ ਲੜਕੀ ਹੈਗੀ ਹੈ, ਮਨੀਸ਼ਾ ਇੱਕ ਪਿੰਡ ਦੀ ਕੁੜੀ ਹੈ, ਉਹ ਛਾਈ ਰਹੀ ਪੂਰੇ ਟੂਰਨਾਮੈਂਟ ਦੇ ਵਿੱਚ। ਉਸਨੇ ਕਾਫੀ ਗੋਲ ਕਰਕੇ ਆਪਣੀ ਟੀਮ ਨੂੰ ਫਾਈਨਲ ਦੇ ਵਿੱਚ ਪਹੁੰਚਾਇਆ ਅਤੇ ਫਿਰ ਫਾਈਨਲ ਦੇ ਵਿੱਚ ਵੀ ਜਿੱਤ ਦਬਾਈ। ਮਨੀਸ਼ਾ ਕੱਲੀ ਕੁੜੀ ਹੈ ਜਿਹੜੀ ਕਿ ਮੁੰਡਿਆਂ ਦੀ ਟੀਮ ਦੇ ਵਿੱਚ ਖੇਡਦੀ ਹੈ ਤੇ ਆਪਣੀ ਖੇਡ ਦਾ ਪੂਰਾ ਦਮਖਮ ਦਿਖਾਉਂਦੀ ਹੈ ਤੇ ਇਸ ਟੂਰਨਾਮੈਂਟ ਦੇ ਵਿੱਚ ਮਨੀਸ਼ਾ ਨੂੰ ਬੈਸਟ ਪਲੇਅਰ ਦਾ ਪੁਰਸਕਾਰ ਦਿੱਤਾ ਗਿਆ। ਇਹ ਟੂਰਨਾਮੈਂਟ ਹੈ ਜਿਹੜਾ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਹੈ। ਇਸ ਟੂਰਨਾਮੈਂਟ ਦੇ ਵਿੱਚ 50 ਤੋਂ ਵੱਧ ਆਸ-ਪਾਸ ਦੇ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਕਿਸਾਨਾਂ ਦੀ ਸੰਸਦ ਦਾ ਦੂਸਰਾ ਦਿਨ ਰਿਹਾ ਸ਼ੁੱਕਰਵਾਰ ਨੂੰ ਤੇ ਸਿੰਘੂ ਬਾਰਡਰ ਤੋਂ ਨਿਕਲਦਿਆਂ ਹੀ ਫਿਰ ਪੁਲਿਸ ਨੇ ਕਿਸਾਨਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਤੇ ਕਿਸਾਨਾਂ ਨੇ ਉਸੇ ਤਰ੍ਹਾਂ ਇੱਕ ਦਿਨ ਪਹਿਲਾਂ ਜਦੋਂ 22 ਜੁਲਾਈ ਨੂੰ ਸ਼ੁਰੂ ਹੋਈ ਸੀ ਕਿਸਾਨ ਸੰਸਦ, ਉਸ ਦਿਨ ਵੀ ਦਿੱਲੀ ਪੁਲਿਸ ਨੇ ਚੈਕਿੰਗ ਕੀਤੀ ਸੀ। ਕਿਸਾਨਾਂ ਨੇ ਇਸ ਦੀ ਨਿਖੇਧੀ ਕੀਤੀ ਸੀ ਤੇ ਉਸੇ ਤਰ੍ਹਾਂ ਦੂਜੇ ਦਿਨ ਵੀ ਕਿਸਾਨਾਂ ਨੇ ਨਿਖੇਧੀ ਕੀਤੀ। ਕਿਸਾਨ ਮੋਰਚੇ ਦੇ ਲੀਡਰਾਂ ਨੇ ਦੱਸਿਆ ਕਿ ਕਿਸਾਨ ਸੰਸਦ ਦੀ ਦੂਸਰੇ ਦਿਨ ਦੀ ਕਾਰਵਾਈ ਵੀ ਭਾਰਤੀ ਸੰਸਦ ਦੇ ਨੇੜੇ ਹੋਈ ਤੇ ਇਸ ਸੰਸਦ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਅਸਤੀਫਾ ਦੇ ਦਿੱਤਾ। 2 ਦਿਨਾਂ ਦੀ ਕਾਰਵਾਈ ਝੂਠੇ ਦੋਸ਼ਾਂ ਦਾ ਪਰਦਾਫਾਸ਼ ਕਰਦੀ ਹੈ ਜੋ ਹੁਣ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਸਰਕਾਰ ਦੇ ਵੱਲੋਂ ਲਾਏ ਗਏ ਸਨ।
ਇਹ ਕਿਸਾਨ ਮੋਰਚੇ ਦੇ ਲੀਡਰਾਂ ਨੇ ਦੱਸਿਆ ਕਿ 2 ਦਿਨਾਂ ਦੀ ਕਾਰਵਾਈ ਨੂੰ ਜੇ ਤੁਸੀਂ ਸਾਰੇ ਧਿਆਨ ਦੇ ਨਾਲ ਸੁਣੋਗੇ ਤਾਂ ਸਰਕਾਰ ਦੇ ਸਾਰੇ ਦਾਅਵਿਆਂ ਤੇ ਇਲਜ਼ਾਮਾਂ ਦਾ ਉਹਨਾਂ ਦੇ ਝੂਠਾਂ ਦਾ ਪਰਦਾਫਾਸ਼ ਕਰਦੀ ਹੈ। ਦਿਲਚਸਪ ਨਜ਼ਾਰਾ ਉਸ ਵਕਤ ਵੇਖਣ ਨੂੰ ਮਿਲਿਆ ਜਦੋਂ ਸੰਸਦ ਕਿਸਾਨਾਂ ਦੀ ਜਿਹੜੀ ਚੱਲ ਰਹੀ ਸੀ, ਉਸ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਸੰਬੋਧਨ ਕਰ ਰਹੇ ਸੀ, ਐਕਟਿੰਗ ਜਿਹੜੇ ਕਰ ਰਹੇ ਸੀ ਕਿਸਾਨ, ਉਸੇ ਤਰ੍ਹਾਂ ਹੀ ਸਾਰੇ ਕਿਰਦਾਰ ਇਸ ਸੰਸਦ ਦੇ ਵਿੱਚ ਬਿਠਾਏ ਗਏ ਨੇ, ਸਾਰੇ ਮੰਤਰੀ ਬਣਾਏ ਗਏ ਨੇ, ਸਪੀਕਰ ਵੀ ਬਣਾਇਆ ਗਿਆ। ਤੇ ਜਦੋਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਸੰਬੋਧਨ ਕਰ ਰਹੇ ਸੀ, ਉਵੇਂ ਹੀ ਜਿਵੇਂ ਅਸਲੀ ਖੇਤੀਬਾੜੀ ਮੰਤਰੀ ਕਿਸਾਨਾਂ ਨੂੰ ਜਿਹੜੇ ਕਾਨੂੰਨਾਂ ਨੂੰ ਲੈ ਕੇ ਸਮਝਾਉਂਦੇ ਨੇ, ਇਹਨਾਂ ਦੇ ਗੁਣਗਾਨ ਕਰਦੇ ਨੇ, ਉਸੇ ਤਰ੍ਹਾਂ ਕਿਸਾਨ ਸੰਸਦ ਦੇ ਵਿੱਚ ਵੀ ਤੋਮਰ ਜੀ ਗੁਣਗਾਨ ਕਰਨ ਲੱਗੇ। ਕਿਸਾਨਾਂ ਨੇ ਵਿਰੋਧ ਕਰ ਦਿੱਤਾ ਤਾਂ ਫਿਰ ਵਿਰੋਧ ਦੇ ਦਬਾਅ ਦੇ ਵਿੱਚ ਆ ਕੇ ਤੋਮਰ ਨੇ ਅਸਤੀਫਾ ਦੇ ਦਿੱਤਾ, ਕਿਹਾ ਕਿ ਮੈਂ ਮਾਫੀ ਵੀ ਮੰਗਦਾ ਤੇ ਆਪਣਾ ਅਸਤੀਫਾ ਵੀ ਸੌਂਪਦਾ। ਉਹਨਾਂ ਨੇ ਕਿਹਾ ਕਿ ਮੇਰਾ ਅਸਤੀਫਾ ਸਵੀਕਾਰ ਕਰੋ। ਕਿਸਾਨ ਜਿਹੜੇ ਮੂਰੇ ਬੈਠੇ ਸੀ, ਜਿਹੜੇ ਮੰਤਰੀ ਬਣੇ ਹੋਏ ਸੀ, ਉਹਨਾਂ ਨੇ ਅਸਤੀਫਾ ਸਵੀਕਾਰ ਕਰ ਲਿਆ ਤੇ ਪੂਰਾ ਘਟਨਾਕ੍ਰਮ ਹੈ ਜਿਹੜਾ ਕਿਸਾਨ ਸੰਸਦ ਦਾ, ਇਹ ਤੁਸੀਂ ਦੇਖ ਸਕਦੇ ਹੋ ਜਦੋਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਸਤੀਫਾ ਦੇ ਰਹੇ ਸੀ। 70 साल पहले एपीएमसी वहां पे अबॉलिश की थी, वहां पे कॉन्ट्रैक्ट फार्मिंग आई थी, वहां पे किसान खुशहाल हो गया। किसानी जो किसान पहले जिसके पास 2, 4, 10 एकड़ थे, आज वहां पे सिर्फ वही किसान है जिसके पास 400 या 500 एकड़ है। अगर ऐसे कानून लेके आएंगे तो आपको खुशहाली की तरफ हम लेके जाएंगे। दूसरी बात, पहले मेरी बात सुनिए, जो कॉन्ट्रैक्ट ओपन मंडी, अगर ओपन मंडी होगी, बात सुनने का, बात सुनिए, बैठिए। अगर ओपन मंडी होगी, ओपन मंडी में आपको बेनिफिट क्या होगा? अभी आप एपीएमसी में जाते हो, आपको टैक्स देना पड़ता है। अगर आपको टैक्स देना पड़ता है 6, 7, 8%, जो बीच वाले बिचौलिए लेते हैं, अगर वो बिचौलिए टैक्स लेंगे, अगर ओपन मंडी आई वहाँ पे टैक्स नहीं देना पड़ेगा। सभी संसद सदस्यों को मेरी बेनती है कि बैठने का कष्ट करें। ये कोई मर्यादा नहीं है संसद की, प्लीज आप अपनी सीट ग्रहण करें। और आपको जो चेयर की तरफ से इन्फॉर्म किया जाता है कि आज कृषि मंत्री जी आपके एक भी प्रश्न का संतुष्टिजनक जो उत्तर नहीं दे सके, बार बार शर्मसार उनको होना पड़ा और छेम के नारे लगाते रहे। ये मैं आपको इन्फॉर्म करना चाहता हूँ, शर्म के मारे कृषि मंत्री ने इस्तीफा दे लिया है। ये आपकी सबसे बड़ी जीत है। धन्यवाद मंत्री जी। मैं बताना चाहता हूँ जी, मैं भी एक किसान हूँ। इस्तीफा दे दिया आपने तो इस्तीफा दे दिया। मैं अनाउंस तो कर दो, इस्तीफा कर दो जी। मैं किसानों के रुख के आगे झुक गया हूँ जी, और मैं अपने पद से इस्तीफा देता हूँ। किसान मजदूर एकता, किसान मजदूर एकता। ਤੇ 2 ਦਿਨਾਂ ਦੀ ਕਾਰਵਾਈ ਤੋਂ ਬਾਅਦ ਕਿਸਾਨ ਸੰਸਦ ਵੀ ਖਤਮ ਕਰ ਦਿੱਤੀ ਗਈ। 26 ਜੁਲਾਈ ਨੂੰ ਹੁਣ ਅਗਲੀ ਬੈਠਕ ਹੋਵੇਗੀ, ਯਾਨੀ ਕਿ ਸੋਮਵਾਰ ਨੂੰ ਹੁਣ ਕਿਸਾਨਾਂ ਦੀ ਸੰਸਦ ਬੈਠੇਗੀ, ਕਿਉਂਕਿ ਲੋਕ ਸਭਾ ਵੀ 26 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਕਿਸਾਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਜਿਹੜੇ ਦਿਨ ਲੋਕ ਸਭਾ ਚੱਲੇਗੀ, ਭਾਰਤੀ ਸੰਸਦ ਚੱਲੇਗੀ, ਉਸੇ ਦਿਨ ਸਾਡੀ ਸੰਸਦ ਵੀ ਲੱਗੇਗੀ। 200 ਕਿਸਾਨਾਂ ਦੇ ਜਥੇ ਨੇ ਜਿਹੜੇ ਉਹ ਸਿੰਘੂ ਬਾਰਡਰ ਤੋਂ ਜਿਹੜਾ ਹੈਗਾ ਜੰਤਰ ਮੰਤਰ ਲਈ ਰਵਾਨਾ ਹੁੰਦੇ ਨੇ। ਉੱਥੇ ਬੱਸਾਂ ਦੇ ਵਿੱਚ ਉਤਰ ਕੇ ਫਿਰ ਅੱਗੇ ਪਾਰਲੀਮੈਂਟ ਸਟਰੀਟ ਤੇ ਆਪਣੀ ਕਿਸਾਨ ਸੰਸਦ ਹੈ ਜਿਹੜੀ ਕਿਸਾਨ ਲਾਉਂਦੇ ਨੇ। ਜਿਹੜੀ ਦੂਸਰੇ ਦਿਨ ਦੀ ਕਿਸਾਨ ਸੰਸਦ ਸੀ, ਉਸ ਦੇ ਵਿੱਚ ਜਿਹੜੇ 6 ਜਣੇ ਸਪੀਕਰ ਤੇ ਡਿਪਟੀ ਸਪੀਕਰ ਸੀਗੇ। 3 ਸੈਸ਼ਨਾਂ ਦੇ ਹਾਊਸ ਦੇ ਵਿੱਚ ਹਰਦੇਵ ਸਿੰਘ ਅਰਸ਼ੀ, ਜਗਤਾਰ ਸਿੰਘ ਬਾਜਵਾ, ਵੀ ਵੈਂਕਟਾ ਰਮਈਆ, ਜੰਗਵੀਰ ਸਿੰਘ ਚੌਹਾਨ, ਮੁਕੇਸ਼ ਚੰਦਰਾ ਤੇ ਹਰਪਾਲ ਸਿੰਘ ਬਿਲਾਰੀ, ਇਹ ਸਾਰੇ ਸਪੀਕਰ ਤੇ ਡਿਪਟੀ ਸਪੀਕਰ ਦੀ ਡਿਊਟੀ ਨਿਭਾ ਰਹੇ ਸੀ। ਸੰਯੁਕਤ ਕਿਸਾਨ ਮੋਰਚੇ ਨੇ ਬੀਜੇਪੀ ਦੀ ਮੰਤਰੀ ਮੀਨਾਕਸ਼ੀ ਲੇਖੀ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਲਈ ਬਹੁਤ ਹੀ ਇਤਰਾਜ਼ਯੋਗ, ਅਪਮਾਨਜਨਕ ਜਿਹੜਾ ਬਿਆਨ ਦਿੱਤਾ ਹੈ, ਉਸ ਦੀ ਨਿਖੇਧੀ ਕੀਤੀ ਹੈ ਅਤੇ ਮੋਰਚੇ ਦੇ ਲੀਡਰਾਂ ਨੇ ਬੀਜੇਪੀ ਦੇ ਬੁਲਾਰੇ ਗੌਰਵ ਭਾਟੀਆ ਤੋਂ ਕਿਸਾਨਾਂ ਤੇ ਝੂਠੇ ਦੋਸ਼ ਲਵਾਉਣ ਦੇ ਲਈ ਮੁਆਫੀ ਦੀ ਮੰਗ ਵੀ ਕੀਤੀ ਹੈ। ਤੇ ਕਿਸਾਨਾਂ ਦੇ ਸਖਤ ਵਿਰੋਧ ਤੋਂ ਬਾਅਦ, ਵੱਡੀ ਕਿਰਕਰੀ ਹੋਣ ਤੋਂ ਬਾਅਦ ਮੀਨਾਕਸ਼ੀ ਲੇਖੀ ਨੇ ਕਿਸਾਨਾਂ ਤੇ ਕੀਤੀ ਟਿੱਪਣੀ ਨੂੰ ਵਾਪਸ ਲੈ ਲਿਆ। ਲੇਖੀ ਨੇ ਕਿਹਾ ਸੀ ਕਿ ਇਹ ਕਿਸਾਨ ਨਹੀਂ ਹੈਗੇ, ਮਵਾਲੀ ਨੇ। ਉਹਨਾਂ ਕਿਹਾ ਸੀ ਕਿ ਇਹਨਾਂ ਲੋਕਾਂ ਨੂੰ ਕਿਸਾਨ ਕਹਿਣਾ ਬੰਦ ਕੀਤਾ ਜਾਵੇ। ਕਿਸਾਨਾਂ ਦੇ ਕੋਲ ਜੰਤਰ ਮੰਤਰ ਤੇ ਬਹਿਣ ਦਾ ਸਮਾਂ ਨਹੀਂ ਹੈ, ਉਹ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਨੇ ਤੇ ਇਹ ਤਾਂ ਮਵਾਲੀ ਨੇ ਜਿਹੜੇ ਜੁੜੇ ਹੋਏ ਨੇ, ਕਿਸਾਨ ਤਾਂ ਆਪਣੇ ਖੇਤਾਂ ਵਿੱਚ ਨੇ।
ਆੜਤੀਆਂ ਵੱਲੋਂ ਭੇਜੇ ਗਏ ਲੋਕ ਨੇ ਜੋ ਇਹ ਨਹੀਂ ਚਾਹੁੰਦੇ ਕਿ ਕਿਸਾਨਾਂ ਨੂੰ ਆਪਣੀ ਜਿਣਸ ਦਾ ਸਿੱਧਾ ਫਾਇਦਾ ਹੋਵੇ ਤੇ ਹੁਣ ਲੇਖੀ ਨੇ ਸਫਾਈ ਦਿੰਦਿਆਂ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਵੀ ਮੀਨਾਕਸ਼ੀ ਲੇਖੀ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਮਵਾਲੀ ਕਹਿਣਾ ਬਿਲਕੁਲ ਗਲਤ ਹੈ। ਕੈਪਟਨ ਨੇ ਕੇਂਦਰੀ ਮੰਤਰੀ ਦੀ ਗਲਤ ਸ਼ਬਦਾਵਲੀ ਤੇ ਸਖਤ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਕਿਸਾਨਾਂ ਨੂੰ ਬਦਨਾਮ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ। ਬੀਜੇਪੀ ਦਾ ਕਿਸਾਨ ਵਿਰੋਧੀ ਚਿਹਰਾ ਉਜਾਗਰ ਹੋਇਆ। ਕੈਪਟਨ ਨੇ ਮੀਨਾਕਸ਼ੀ ਲੇਖੀ ਦੇ ਅਸਤੀਫੇ ਦੀ ਮੰਗ ਕੀਤੀ ਸੀ। ਹਰਿਆਣਾ ਦੇ ਸਿਰਸਾ ਜੇਲ੍ਹ ਤੋਂ ਜਿਹੜੇ 5 ਕਿਸਾਨ ਰਿਹਾ ਹੋਏ ਨੇ, ਸਾਰੇ ਨੌਜਵਾਨ ਕਿਸਾਨ ਨੇ, ਉਹਨਾਂ ਨੇ ਮੱਥਾ ਟੇਕ ਕੇ ਕਿਸਾਨੀ ਅੰਦੋਲਨ ਦੀ ਜਿੱਤ ਦੀ ਅਰਦਾਸ ਕੀਤੀ। ਉਹਨਾਂ ਦੇ ਨਾਲ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ, ਜਗਜੀਤ ਸਿੰਘ ਡੱਲੇਵਾਲ ਵੀ ਮੌਜੂਦ ਸਨ। ਗੁਰਦੁਆਰਾ ਚੀਲਾ ਸਾਹਿਬ ਵਿਖੇ ਅਰਦਾਸ ਕਰਨ ਪਹੁੰਚੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿੱਚ ਥੋੜਾ ਸੁਧਾਰ ਹੋਇਆ ਹੈ ਕਿਉਂਕਿ 5ਵਾਂ ਦਿਨ ਸੀ ਉਹਨਾਂ ਦੇ ਮਰਨ ਵਰਤ ਦਾ। 5ਵੇਂ ਦਿਨ ਜਦੋਂ ਕਿਸਾਨਾਂ ਦੀ ਰਿਹਾਈ ਹੋਈ ਜ਼ਮਾਨਤ ਤੇ ਤਾਂ ਫਿਰ ਸਿਰਸਾ ਨੇ ਆਪਣਾ ਮਰਨ ਵਰਤ ਖਤਮ ਕੀਤਾ ਸੀ। ਹਰਿਆਣਾ ਤੋਂ ਇਹ ਅਗਲੀ ਖਬਰ ਹੈ ਜਿੱਥੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਪਸ਼ਟ ਕੀਤਾ ਹੈ ਕਿ ਮੈਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ। ਮੈਂ ਫਰੀਦਾਬਾਦ ਡੀਸੀ ਦਫ਼ਤਰ ਵਿੱਚ ਗੱਲ ਕਰਨ ਲਈ ਗਿਆ ਸੀ। ਦਰਅਸਲ ਮੀਡੀਆ ਦੇ ਇੱਕ ਹਿੱਸੇ ਦੇ ਵੱਲੋਂ ਇਹ ਖਬਰਾਂ ਵੱਧ ਚੜ੍ਹ ਕੇ ਚਲਾਈਆਂ ਜਾ ਰਹੀਆਂ ਸੀ ਕਿ ਗੁਰਨਾਮ ਸਿੰਘ ਚੜੂਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਚੜੂਨੀ ਨੇ ਦੱਸਿਆ ਕਿ ਡੀਸੀ ਨੇ ਸਾਡੀ ਗੱਲ ਚੰਗੀ ਤਰ੍ਹਾਂ ਸੁਣੀ ਹੈ। ਅਸੀਂ ਖੋਰੀ ਪਿੰਡ ਮਾਮਲੇ ਦੀ ਗੱਲ ਲੈ ਕੇ ਡੀਸੀ ਦੇ ਕੋਲ ਗਏ ਸੀ। ਦਰਅਸਲ ਸੁਪਰੀਮ ਕੋਰਟ ਨੇ 7 ਜੂਨ ਨੂੰ ਹਰਿਆਣਾ ਦੇ ਖੋਰੀ ਪਿੰਡ ਵਿੱਚ 10,000 ਨਾਜਾਇਜ਼ ਬਣੇ ਘਰਾਂ ਨੂੰ ਢਾਉਣ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ, ਯਾਨੀ ਕਿ ਘਰ ਢਾਹੇ ਜਾਣ ਦਾ ਹੁਕਮ ਦੇ ਦਿੱਤਾ ਸੀ। ਸੁਪਰੀਮ ਕੋਰਟ ਨੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਫਰੀਦਾਬਾਦ ਦੇ ਖੋਰੀ ਪਿੰਡ ਜੋ ਅਰਾਵਲੀ ਸ਼੍ਰੇਣੀ ਦੇ ਸੁਰੱਖਿਅਤ ਹਰੇ ਖੇਤਰ ਵਿੱਚ ਆਉਂਦਾ ਹੈ, ਉਸ ਪਿੰਡ ਦੇ ਵਿੱਚ ਬਣੇ 10,000 ਘਰਾਂ ਨੂੰ 6 ਹਫ਼ਤਿਆਂ ਦੇ ਅੰਦਰ ਅੰਦਰ ਢਾਉਣ ਦੇ ਹੁਕਮ ਦੇ ਦਿੱਤੇ ਸੀ, ਜਿਸ ਤੋਂ ਬਾਅਦ ਨਗਰ ਨਿਗਮ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਤੇ ਗੁਰਨਾਮ ਸਿੰਘ ਚੜੂਨੀ ਇਸ ਪਿੰਡ ਵਾਲਿਆਂ ਦੇ ਹੱਕ ਦੇ ਵਿੱਚ ਡਟੇ ਹੋਏ ਨੇ। तो डीसी साहब से बात करने आए थे। डीसी साहब ने अच्छी तरह से बात सुनी है और हमने उनको ये कहा है कि तो सीएम साहब से मीटिंग रखवा दें क्योंकि इंसान है, धरती पे पैदा हुए, धरती पे रहेंगे। हो सकता है उनकी बात समझ में कोई बात आ जाए। हमने ये बात रखी है कि फॉरेस्ट से जमीन सरकार को ले ली जाए और सरकार लेके फिर आगे इनको बसने की परमिशन दे दे। उसमें मकान गिराने की जरूरत भी नहीं पड़ेगी, सरकार के ऊपर भी बोझ कम पड़ेगा और ये लोग जहाँ पे हैं वहाँ पे बसते भी। ਹੁਣ ਪੰਜਾਬ ਦੀ ਸਿਆਸਤ ਨਾਲ ਜੁੜੀ ਸਭ ਤੋਂ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ। ਬੜੇ ਹੀ ਧੂਮਧਾਮ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਭਵਨ ਦੇ ਵਿੱਚ ਹੋਈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਦੇ ਵਿੱਚ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸਾਂਭ ਲਿਆ। ਇਸ ਤੋਂ ਪਹਿਲਾਂ ਸਿੱਧੂ ਨੇ ਸੂਬਾ ਕਾਂਗਰਸ ਪ੍ਰਧਾਨ ਦਾ ਅਹੁਦਾ ਸਾਂਭਣ ਤੋਂ ਪਹਿਲਾਂ ਪੰਜਾਬ ਭਵਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਕਾਂਗਰਸੀ ਲੀਡਰ ਸਿੱਧੂ ਦੇ ਮੁਤਾਬਿਕ ਕੈਪਟਨ ਦੇ ਨਾਲ ਚੰਗੇ ਮਾਹੌਲ ਦੇ ਵਿੱਚ ਮੁਲਾਕਾਤ ਹੋਈ। ਪਿਛਲੇ ਕਾਫੀ ਲੰਬੇ ਸਮੇਂ ਤੋਂ ਦੋਵਾਂ ਲੀਡਰਾਂ ਦੇ ਵਿਚਾਲੇ ਤਣਾਅ ਬਣਿਆ ਹੋਇਆ ਸੀ। ਨਵਜੋਤ ਸਿੰਘ ਸਿੱਧੂ ਜਦੋਂ ਸਟੇਜ ਤੇ ਪਹੁੰਚੇ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਹੀ ਬੈਠੇ ਸੀ, ਪਰ ਉਹ ਖਾਸ ਗੱਲਬਾਤ ਕਰਦੇ ਨਹੀਂ ਦੇਖੇ ਗਏ। ਮਹਿਸੂਸ ਕੀਤਾ ਜਾ ਰਿਹਾ ਹੈ ਕਿ ਹੱਥ ਜ਼ਰੂਰ ਮਿਲ ਗਏ ਨੇ ਪਰ ਦਿਲ ਹਾਲੇ ਵੀ ਨਹੀਂ ਮਿਲੇ, ਦਿਲਾਂ 'ਚ ਦੂਰੀਆਂ ਬਰਕਰਾਰ ਨੇ। ਨਵਜੋਤ ਸਿੰਘ ਸਿੱਧੂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਡੈਨੀ ਤੇ ਪਵਨ ਗੋਇਲ ਨੇ ਵੀ ਰਸਮੀ ਤੌਰ ਤੇ ਆਪਣਾ ਅਹੁਦਾ ਸਾਂਭ ਲਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਵਰਕਰ ਨੇ ਪੂਰੇ ਪੰਜਾਬ ਤੋਂ ਪਹੁੰਚੇ ਹੋਏ ਸੀ। ਇਸ ਮੌਕੇ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕ, ਮੰਤਰੀ, ਐਮਪੀ ਤੇ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਸਾਰੇ ਪਹੁੰਚੇ ਹੋਏ ਸੀ। ਹਾਲਾਂਕਿ ਕੁਝ ਐਮਪੀ ਦਿੱਲੀ ਦੇ ਵਿੱਚ ਜਿਹੜਾ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਵੀ ਹਿੱਸਾ ਲੈ ਰਹੇ ਸੀ। ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਕੈਪਟਨ ਜਾਂ ਫਿਰ ਹੋਰ ਲੀਡਰਾਂ ਨੇ ਸਟੇਜ ਤੋਂ ਕੀ ਤਕਰੀਰਾਂ ਦਿੱਤੀਆਂ ਨੇ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਤੇ ਚੰਡੀਗੜ੍ਹ ਦੀ CID ਵੀ ਸਿੱਧੂ ਦੇ ਤਾਜਪੋਸ਼ੀ ਸਮਾਗਮ ਮੌਕੇ ਬੁਰੀ ਤਰ੍ਹਾਂ ਫੇਲ ਦਿਖੀ ਕਿਉਂਕਿ ਪੰਜਾਬ ਕਾਂਗਰਸ ਭਵਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ ਜਿਵੇਂ ਹੀ ਖਤਮ ਹੋਇਆ, ਕੱਚੇ ਅਧਿਆਪਕਾਂ ਨੇ ਕਾਂਗਰਸ ਭਵਨ ਤੇ ਹੱਲਾ ਬੋਲ ਦਿੱਤਾ, ਕਬਜ਼ਾ ਕਰ ਲਿਆ। ਅਧਿਆਪਕ ਕਾਂਗਰਸ ਭਵਨ ਦੀ ਛੱਤ ਤੇ ਜਾ ਕੇ ਚੜ੍ਹ ਗਏ ਸੀ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਫਿਰ ਵੀ ਪ੍ਰਦਰਸ਼ਨਕਾਰੀ ਬਿਲਕੁਲ ਕਾਂਗਰਸ ਭਵਨ ਦੇ ਅੰਦਰ ਤੱਕ ਪਹੁੰਚ ਗਏ ਸੀ। ਅਧਿਆਪਕਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਅਧਿਆਪਕਾਂ ਨੂੰ ਹਿਰਾਸਤ ਵਿੱਚ ਵੀ ਲਿਆ। ਵਿਧਾਇਕ ਬਰਿੰਦਰਮੀਤ ਪਾੜਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ। ਤਾਜਪੋਸ਼ੀ ਮੌਕੇ ਨਵਜੋਤ ਸਿੰਘ ਸਿੱਧੂ ਦੇ ਸੰਬੋਧਨ ਦੀ ਗੱਲ ਕਰ ਲਈਏ ਤਾਂ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਕੈਪਟਨ ਨੂੰ ਅਣਗੌਲਿਆ ਹੀ ਨਹੀਂ ਕੀਤਾ ਬਲਕਿ ਰਗੜਾ ਵੀ ਲਾਇਆ। ਸਿੱਧੂ ਨੇ ਕਿਹਾ ਕਿ ਲੋਕਾਂ ਦੇ ਕੰਮ ਕਰੇ ਬਿਨਾਂ ਗੁਜ਼ਾਰਾ ਨਹੀਂ ਹੈ। ਸਿੱਧੂ ਨੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਤਾਂ ਕੀਤੀ ਪਰ ਕਿਸੇ ਖਾਸ ਦਾ ਨਾਮ ਨਹੀਂ ਲਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਸਿੱਧੂ
ਸਿੱਧੂ ਨਾਲ ਰਲ ਕੇ ਚੱਲਣ ਦੀ ਜ਼ਰੂਰ ਗੱਲ ਕਹੀ ਸੀ, ਪਰ ਸਿੱਧੂ ਨੇ ਇੱਕ ਵਾਰੀ ਵੀ ਕੈਪਟਨ ਦਾ ਨਾਮ ਨਹੀਂ ਲਿਆ। ਸਮਾਗਮ ਦੌਰਾਨ ਸਟੇਜ ਤੇ ਬੈਠੇ ਲੀਡਰਾਂ ਦੇ ਮਨਾਂ ਦੀ ਦੂਰੀ ਦਾ ਝਲਕਾਰਾ ਸਾਫ਼ ਨਜ਼ਰ ਆ ਰਿਹਾ ਸੀ। ਇੱਥੇ ਕਈ ਲੀਡਰਾਂ ਨੇ ਆਪਣੇ ਭਾਸ਼ਣ ਦੇ ਵਿੱਚ ਗਿਲੇ ਸ਼ਿਕਵੇ ਵੀ ਸਾਂਝੇ ਕੀਤੇ। ਸਿੱਧੂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਮੈਂ ਪੰਜਾਬ ਦੇ ਮਸਲੇ ਹੱਲ ਕਰਾਂਗਾ, ਵਰਕਰਾਂ ਦੇ ਨਾਲ ਨੇੜੇ ਦਾ ਸੰਪਰਕ ਕਾਇਮ ਰੱਖਾਂਗਾ। ਸਿੱਧੂ ਨੇ ਕਿਹਾ ਕਿ ਕਾਂਗਰਸੀ ਵਰਕਰ ਮੇਰੀ ਪੱਗ ਦੇ ਲੜ ਹਨ ਤੇ ਸਾਰੇ ਵਰਕਰ ਹੀ ਅੱਜ ਪ੍ਰਧਾਨ ਬਣ ਗਏ ਨੇ, ਕੋਈ ਫਰਕ ਨਹੀਂ ਰਹਿ ਗਿਆ। ਮੈਂ ਵੀ ਵਰਕਰ ਹਾਂ, ਜੇ ਮੈਂ ਪ੍ਰਧਾਨ ਹਾਂ ਤਾਂ ਸਾਰੇ ਵਰਕਰ ਵੀ ਪ੍ਰਧਾਨ ਨੇ। ਉਹਨਾਂ ਕਿਹਾ ਕਿ ਮਸਲਾ ਹੈ ਮੇਰੇ ਗੁਰੂ ਦੀ ਹੋਈ ਬੇਅਦਬੀ ਦਾ, ਮਸਲਾ ਈਟੀਟੀ ਅਧਿਆਪਕਾਂ ਦਾ, ਡਾਕਟਰਾਂ ਦਾ, ਨਰਸਾਂ ਦਾ, ਜਿਹੜੇ ਸੜਕਾਂ ਤੇ ਰੁਲ ਰਹੇ ਨੇ। ਇਹ ਪ੍ਰਧਾਨਗੀ ਉਹਨਾਂ ਮਸਲਿਆਂ ਨੂੰ ਹੱਲ ਕਰਨ ਦੀਆਂ ਉਮੀਦਾਂ ਦੀ ਪ੍ਰਧਾਨਗੀ ਹੈ। ਜੇ ਮਸਲੇ ਹੱਲ ਨਹੀਂ ਹੁੰਦੇ, ਗੁਰੂ ਨੂੰ ਇਨਸਾਫ ਨਹੀਂ ਮਿਲਦਾ, ਤਾਂ ਇਹ ਪ੍ਰਧਾਨਗੀ ਕੱਖ ਦੀ ਵੀ ਨਹੀਂ ਹੈ। ਸਿੱਧੂ ਨੇ ਇਸ ਮੌਕੇ ਦਿੱਲੀ ਮਾਡਲ ਦੇ ਪਰਖੱਚੇ ਉਡਾ ਦੇਣ ਦੀ ਵੀ ਗੱਲ ਕਹੀ। ਕਿਹਾ ਵੱਡਿਆਂ ਦਾ ਸਨਮਾਨ ਕਰਾਂਗਾ, ਛੋਟਿਆਂ ਨੂੰ ਪਿਆਰ ਦਿਆਂਗਾ। मैं किसी को परखना नहीं, परखना मत, परखने से कोई अपना नहीं रहता। किसी भी आईने में देर तक चेहरा नहीं रहता। अरे ये बड़े वर्कर, बड़े लोगों को मिलने में जरा सा फासला रखना। दरिया जहां समंदर में मिला, दरिया नहीं रहता। कोई भी ओदा मसला ही नहीं। ओदे तो मैं भुआ मारे है, ओदे तो मैं सुट मारे है, कैबिनेट अंदर मैं भगा मारिया ने। ये मसला ही नहीं। मसला यह है कि अज पंजाब दा किसान दिल्ली दियां बरूहां दे उत्ते बैठा है, जिनके मत से बनती हैं सरकारें, आज दर बदर सड़कों पे भटक रहे बेचारे। ये मसला है। ईटीटी टीचर खड़े ने सड़कों के उत्ते, मसला है। डॉक्टर खड़े ने, नर्सां नूं रहण नूं थां नहीं। मसला है कि कंडक्टर ड्राइवर धरने दे रहे, धरने ते बैठे है। ये मसला मेरे गुरु दा। ये मसला ते प्रधानगी जाखड़ साहब, पतवंत सजणों, ये प्रधानगी उन्हां मसलियां नूं हल करन दियां उम्मीदां दी प्रधानगी है। उम्मीदां दी। अगर ये मसले हल हुंदे है तो प्रधानगी पुण्यस्थली है। तीर्थों वर्गी है। अगर ये मसले हल नहीं होंगे और मेरे गुरु का इंसाफ नहीं होंदा ते कख नहीं है। फिर कख पर ये इन्हां दी मर्जी है, तय करनगे। वड्डियां नूं सम्मान दूंगा, छोटियां नूं प्यार दूंगा। नवजोत सिंह सिद्धू अपने मुद्दों तो कांग्रेस के हाई कमांड के दिते 18 पॉइंट एजेंडे तो बिल्कुल पीछे नहीं हटेगा। तो दिल्ली मॉडल के परखचे उड़ा देने पंजाब मॉडल ने। याद रखियो मित्रों, याद रखियो। पंजाबी पंजाब जितू, पंजाबी जितू। ते मेरे वड्डे सिर दे उत्ते हाथ रखण ते वट कर दूं, वट निचोड़ दूं, निचोड़। ਤੇ ਸਿੱਧੂ ਦੇ ਤਾਜਪੋਸ਼ੀ ਸਮਾਗਮ ਦੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਭਾਸ਼ਣ ਦੇ ਵਿੱਚ ਉਖੜੇ ਸਾਫ਼ ਨਜ਼ਰ ਆ ਰਹੇ ਸੀ। ਕੈਪਟਨ ਨੇ ਪੰਜਾਬ ਸਰਕਾਰ ਦੀਆਂ ਪਿਛਲੇ 4 ਸਾਲਾਂ ਦੀਆਂ ਪ੍ਰਾਪਤੀਆਂ ਦੇ ਸੋਲੇ ਗਾਏ, ਨਾਲ ਹੀ ਅਕਾਲੀਆਂ ਨੂੰ ਰਗੜੇ ਵੀ ਲਾਏ। ਕੈਪਟਨ ਨੇ ਆਪਣੇ ਭਾਸ਼ਣ ਵਿੱਚ ਵਧੇਰੇ ਸਮਾਂ ਮੁਲਕ ਨੂੰ ਬਾਹਰਲੀਆਂ ਤਾਕਤਾਂ ਤੋਂ ਖਤਰੇ ਵੱਲ ਲਾਇਆ। ਕਿਹਾ ਕਿ ਕਾਂਗਰਸ ਪਾਰਟੀ ਇਕਮੁੱਠ ਹੈ, ਪੰਜਾਬ ਤੋਂ ਬਾਹਰ ਦੇਸ਼ ਨੂੰ ਅਗਵਾਈ ਦੇਣ ਦੇ ਵੀ ਸਮਰੱਥ ਹੈ। ਕੈਪਟਨ ਨੇ ਕਿਹਾ ਕਿ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ, ਪੰਜਾਬ ਦੇ ਵਿੱਚ ਬਹੁਤ ਹੀ ਸਮੱਸਿਆਵਾਂ ਨੇ। ਮੈਂ ਤੇ ਜਾਖੜ ਹਮੇਸ਼ਾ ਇਕੱਠੇ ਰਹੇ ਹਾਂ। ਜਾਖੜ ਨੇ ਕਦੇ ਕਿਸੇ ਕੰਮ ਨੂੰ ਨਾ ਨਹੀਂ ਕੀਤੀ। ਅਸੀਂ 1 ਨੰਬਰ ਤੇ ਰਹਿ ਕੇ ਕਰੋਨਾ ਦੀ ਜੰਗ ਲੜੀ ਹੈ, ਕਰੋਨਾ ਦੇ ਖਿਲਾਫ ਪੂਰੀ ਤਿਆਰੀ ਕੀਤੀ। ਸਿੱਧੂ ਨਾਲ ਆਪਣਾ ਰਿਸ਼ਤਾ ਦੱਸਦਿਆਂ ਕੈਪਟਨ ਨੇ ਕਿਹਾ ਕਿ 1963 ਵਿੱਚ ਸਿੱਧੂ ਦਾ ਜਦੋਂ ਜਨਮ ਹੋਇਆ, ਮੈਂ ਉਦੋਂ ਚੀਨ ਦੇ ਬਾਰਡਰ ਤੇ ਤੈਨਾਤ ਸੀ। ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਇੱਕ ਬੁਰੀ ਖਬਰ ਵੀ ਆਈ। ਮੋਗਾ ਤੋਂ ਅੰਮ੍ਰਿਤਸਰ ਮੁੱਖ ਮਾਰਗ ਤੇ ਪਿੰਡ ਲੋਹਾਰਾ ਨੇੜੇ ਬੱਸਾਂ ਦੀ ਸਿੱਧੀ ਟੱਕਰ ਵਿੱਚ 40 ਕਾਂਗਰਸੀ ਵਰਕਰ ਜ਼ਖਮੀ ਹੋ ਗਏ ਤੇ 3 ਵਰਕਰਾਂ ਦੀ ਮੌਤ ਵੀ ਹੋ ਗਈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਦਸਾ ਸਵੇਰੇ ਕਰੀਬ 8 ਵਜੇ ਵਾਪਰਿਆ।
ਜ਼ੀਰਾ ਹਲਕੇ ਤੋਂ ਹਾਕਮ ਧਿਰ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਸਮਰਥਕ ਬੱਸ ਦੇ ਵਿੱਚ ਸਵਾਰ ਹੋ ਕੇ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਦੇ ਲਈ ਚੰਡੀਗੜ੍ਹ ਨੂੰ ਜਾ ਰਹੇ ਸੀ ਤੇ ਇੱਥੇ ਅੰਮ੍ਰਿਤਸਰ ਮੁੱਖ ਮਾਰਗ ਸਥਿਤ ਪਿੰਡ ਲੋਹਾਰਾ ਨੇੜੇ ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਇਹਨਾਂ ਦੀ ਟੱਕਰ ਹੋ ਗਈ। ਮਿੰਨੀ ਬੱਸ ਚਾਲਕ ਗੁਰਦੇਵ ਸਿੰਘ ਜੋ ਕਾਂਗਰਸੀ ਵਰਕਰਾਂ ਨੂੰ ਸਿੱਧੂ ਦੀ ਤਾਜਪੋਸ਼ੀ ਲਈ ਲੈ ਕੇ ਜਾ ਰਿਹਾ ਸੀ, ਉਸ ਦੀ ਵੀ ਮੌਤ ਹੋ ਗਈ। 2 ਹੋਰ ਕਾਂਗਰਸੀ ਵਰਕਰਾਂ ਦੀ ਮੌਤ ਹੋਈ ਹੈ। ਵਿਰਸਾ ਸਿੰਘ ਤੇ ਵਿੱਕੀ ਸਿੰਘ ਇਹਨਾਂ ਦੇ ਨਾਮ ਨੇ। ਜ਼ਖਮੀਆਂ ਵਿੱਚ ਜ਼ਿਆਦਾਤਰ ਪਿੰਡ ਮਿਲਸੀਆਂ ਦੇ ਰਹਿਣ ਵਾਲੇ ਲੋਕ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੋਗਾ ਦੇ ਡੀਸੀ ਨੂੰ ਜ਼ਖਮੀਆਂ ਦੇ ਇਲਾਜ ਵਿੱਚ ਕੋਈ ਢਿੱਲ ਨਾ ਛੱਡਣ ਦਾ ਹੁਕਮ ਦਿੱਤਾ ਤੇ ਚੰਡੀਗੜ੍ਹ ਦਫ਼ਤਰ ਨੂੰ ਰਿਪੋਰਟ ਕਰਨ ਲਈ ਵੀ ਕਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿਵਾਉਣ ਦਾ ਐਲਾਨ ਕਰ ਦਿੱਤਾ। ਹਾਦਸੇ ਵਿੱਚ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਮੁਫਤ ਇਲਾਜ ਮੁਹੱਈਆ ਕਰਵਾਉਣ ਦਾ ਵੀ ਐਲਾਨ ਕੀਤਾ। ਤੇ ਉਧਰ ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ ਜਿਵੇਂ ਹੀ ਨਿਬੜਿਆ, ਸਿੱਧੂ ਹੋਰ ਜਿਹੜੇ ਮੰਤਰੀ ਹੈਗੇ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖ ਸਰਕਾਰੀਆ, ਐਮਐਲਏ ਕੁਲਬੀਰ ਜ਼ੀਰਾ, ਦਵਿੰਦਰ ਸਿੰਘ ਘੁਬਾਇਆ, ਇੰਦਰਬੀਰ ਸਿੰਘ ਬੁਲਾਰੀਆ ਸਮੇਤ ਹੋਰਾਂ ਦੇ ਨਾਲ ਲੁਧਿਆਣਾ ਦੇ ਦਇਆਨੰਦ ਮੈਡੀਕਲ ਕਾਲਜ ਦੇ ਵਿੱਚ ਜ਼ਖਮੀਆਂ ਦਾ ਹਾਲ ਪੁੱਛਣ ਦੇ ਲਈ ਪਹੁੰਚੇ। ਉਸ ਤੋਂ ਬਾਅਦ ਉਹ ਮੋਗਾ ਦੇ ਲਈ ਰਵਾਨਾ ਹੋਏ ਜਿੱਥੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ। ਤੇ ਇਸ ਹਾਦਸੇ ਤੋਂ ਤੁਰੰਤ ਬਾਅਦ ਬਾਲੀਵੁੱਡ ਅਭਿਨੇਤਾ ਸੋਨੂ ਸੂਦ ਆਪਣੀ ਭੈਣ ਮਾਲਵਿਕਾ ਸੂਦ ਅਤੇ ਭਤੀਜੀ ਸੱਚਰ ਗੌਤਮ ਦੇ ਨਾਲ ਪੰਜਾਬ ਦੇ ਮੋਗਾ ਦੇ ਵਿੱਚ 2 ਬੱਸਾਂ ਦੀ ਟੱਕਰ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਦੇ ਲਈ ਮੋਗਾ ਦੇ ਸਿਵਲ ਹਸਪਤਾਲ ਪਹੁੰਚੇ। ਜ਼ਖਮੀਆਂ ਦਾ ਹਾਲ ਚਾਲ ਪੁੱਛਿਆ, ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਸੋਨੂ ਸੂਦ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ, ਜ਼ਖਮੀਆਂ ਨੂੰ 25-25 ਹਜ਼ਾਰ ਦੀ ਸਹਾਇਤਾ ਦਿੱਤੀ ਤੇ ਸਾਰਿਆਂ ਨੂੰ ਮੋਬਾਈਲ ਫੋਨ ਦੇਣ ਦਾ ਵੀ ਐਲਾਨ ਕੀਤਾ। ਦਰਅਸਲ ਇਸ ਹਾਦਸੇ ਦੇ ਦਰਮਿਆਨ ਸਰਕਾਰੀ ਡਾਕਟਰਾਂ ਦੀ ਹੜਤਾਲ ਵੀ ਚੱਲ ਰਹੀ ਹੈ ਤੇ ਬਹੁਤੇ ਡਾਕਟਰ ਚੰਡੀਗੜ੍ਹ ਰੋਸ ਮਾਰਚ ਲਈ ਰਵਾਨਾ ਹੋ ਗਏ ਸੀ ਤੇ ਜਿਹੜੇ ਸਰਕਾਰੀ ਡਾਕਟਰ ਚੰਡੀਗੜ੍ਹ ਰਵਾਨਾ ਨਹੀਂ ਹੋਏ ਸੀ ਉਹਨਾਂ ਨੇ ਆਪਣੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਤੇ ਹਸਪਤਾਲ ਪਹੁੰਚ ਕੇ ਜ਼ਖਮੀਆਂ ਦਾ ਇਲਾਜ ਕਰਨ ਲੱਗੇ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋ ਕੇ ਹਸਪਤਾਲ ਪਹੁੰਚੇ ਸੀ। ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਦੌਰਾਨ ਹੋਰ ਵੀ ਕੁਝ ਤਸਵੀਰਾਂ ਦਿਖੀਆਂ ਨੇ। ਸਿੱਧੂ ਦਾ ਵਿਰੋਧ ਕਰਨ ਦੇ ਲਈ ਕੁਝ ਕਾਂਗਰਸੀ ਵਰਕਰ ਪੰਜਾਬ ਭਵਨ ਦੇ ਬਾਹਰ ਪਹੁੰਚੇ। ਇਹਨਾਂ ਵਰਕਰਾਂ ਨੇ ਸਿੱਧੂ ਤੋਂ ਕੈਪਟਨ ਅਮਰਿੰਦਰ ਸਿੰਘ ਤੋਂ ਮਾਫੀ ਮੰਗਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਕੈਪਟਨ ਅਮਰਿੰਦਰ ਸਿੰਘ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਵਾਲੇ ਪੋਸਟਰ ਫੜੇ ਹੋਏ ਸੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਿੱਧੂ ਨੇ ਕੈਪਟਨ ਨੂੰ ਜੋ ਵੀ ਬੋਲਿਆ, ਗਲਤ ਬੋਲਿਆ, ਉਸ ਬਾਰੇ ਮਾਫੀ ਮੰਗਣ। ਸਾਨੂੰ ਸਾਡਾ ਰਾਜਾ ਜੋ ਵੀ ਕਹੇਗਾ ਅਸੀਂ ਉਹੀ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਹੀ ਸਾਡਾ ਰਾਜਾ ਹੈ। ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਮੌਕੇ ਕਾਂਗਰਸ ਸੇਵਾ ਦਲ ਵੀ ਕਾਂਗਰਸ ਭਵਨ ਪਹੁੰਚਿਆ। ਸਾਰਿਆਂ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਇੱਕ ਲਾਈਨ ਬਣਾ ਕੇ ਇੱਥੇ ਖੜੇ ਹੋਏ ਸੀ। ਤਕਰੀਰਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਤਾਜਪੋਸ਼ੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2022 ਦੀਆਂ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਲੜੀਆਂ ਜਾਣਗੀਆਂ। ਹਰੀਸ਼ ਰਾਵਤ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਹੀ ਪਾਰਟੀ ਦੀ ਅਗਵਾਈ ਕਰਨਗੇ। ਹਰੀਸ਼ ਰਾਵਤ ਨੇ ਕੈਪਟਨ ਦੀ ਪ੍ਰਸ਼ੰਸਾ ਦੇ ਵਿੱਚ ਇਹ ਵੀ ਕਿਹਾ ਕਿ ਸ਼ੇਰ ਸ਼ੇਰ ਹੁੰਦਾ ਹੈ, ਗਧਾ ਨਹੀਂ ਹੁੰਦਾ ਤੇ ਸਾਡਾ ਕੈਪਟਨ ਸਾਡਾ ਸ਼ੇਰ ਹੈ। ਇਸ ਮੌਕੇ ਰਾਜਕੁਮਾਰ ਵੇਰਕਾ ਨੇ ਕਿਹਾ ਸੀ, ਪਹਿਲਾਂ ਹੀ ਕਿਹਾ ਸੀ ਕਿ ਸਭ ਠੀਕ ਹੋ ਜਾਏਗਾ, ਸਾਰੇ ਮਸਲੇ ਹੁਣ ਹੱਲ ਹੋਣਗੇ। कांग्रेस पार्टी ने फैसला किया जिसनु कहते ने छोड़े कल की बात पुरानी, नए दौर में लिखेंगे हम मिलकर नई कहानी। बीबी रजिंदर कौर भट्ठल भूआ ते भैन बन गए। उन्होंने कहा समझौता हो गया, सारी पार्टी खुश है, हाईकमान के फैसले ते सारे कांग्रेसी खुश ने। एक मेरा भरा है ते एक मेरा बच्चा है। कैप्टन सिद्धू विवाद ते कैबिनेट मंत्री ब्रह्म महिंद्रा ने कहा कि कैप्टन का कहना है कि सिद्धू ने 125 ट्वीट किए ने जिन्हां विचों 100 ट्वीट सरकार दे ही खिलाफ जाते हैं। विधायक राजा वड़िंग ने कैप्टन सिद्धू के इकट्ठियां होने ते कहा मैं पहला ही कहा सी दोवें एक फ्रेम च दिखणगे। कैप्टन अमरिंदर सिंह अज सिद्धू की ताजपोशी दे विच शामिल होए ने। सुखपाल खैरा जिहड़े मुड़ तो कांग्रेस दे विच शामिल हुए ने, उन्होंने कहा कि कांग्रेस पार्टी दे दोवें पहिए इकट्ठे चलणगे। सिद्धू ने हमेशा मेरी मदद की है, असीं कहा सी प्रधान लाउणा हाईकमान दे अधिकार खेतर विच है, पर मुख मंत्री नूं नाल लैके चलना बहुत लाजमी है। सिद्धू दे ताजपोशी समागम दे दरमियान एक तस्वीर असीं तुहानूं ओह भी दिखाउने आ जिहड़ी पंजाब कांग्रेस भवन दी है। अमनदीप सिंह बैंस लुधियाना तो एक डॉक्टर ने जिन्हां ने यह तस्वीर भेजी है अते एक अखबार के हवाले दे नाल दस्सिया कि जिथे सिद्धू दा ताजपोशी समागम होया है उस तो पहला उत्थे रुख भी वड्डे गए ने।
ਅਮਨਦੀਪ ਸਿੰਘ ਬੈਂਸ ਨੇ ਇਸ ਸਵਾਲ ਚੁੱਕੇ ਨੇ ਕਿ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਹੜੇ ਹਮੇਸ਼ਾ ਲੋਕ ਮੁੱਦਿਆਂ ਦੀ ਗੱਲ ਕਰਦੇ ਨੇ, ਉਹਨਾਂ ਦੇ ਤਾਜਪੋਸ਼ੀ ਸਮਾਗਮ ਤੋਂ ਪਹਿਲਾਂ ਰੁੱਖਾਂ ਨੂੰ ਹੀ ਵੱਢ ਦਿੱਤੇ ਜਾਣਾ ਕਿੰਨਾ ਕੁ ਜਾਇਜ਼ ਹੈ। ਇਸ ਡਾਕਟਰ ਨੇ ਇਹ ਵੀ ਕਿਹਾ ਕਿ ਮੈਨੂੰ ਯਕੀਨ ਹੈ ਕਿ ਨਵਜੋਤ ਸਿੰਘ ਸਿੱਧੂ ਰੁੱਖਾਂ ਦੇ ਲਈ, ਪੰਜਾਬ ਦੇ ਵਿੱਚ ਰੁੱਖ ਵਧਾਉਣ ਦੇ ਲਈ ਕੋਈ ਪਾਲਿਸੀ, ਕੋਈ ਨਵੀਂ ਨੀਤੀ ਵੀ ਲੈ ਕੇ ਆਉਣਗੇ। ਤੇ ਜੇ ਸਰਕਾਰ ਦੇ ਕਾਨੂੰਨ ਦੀ ਗੱਲ ਕਰੀਏ ਤਾਂ ਸਰਕਾਰੀ ਕਾਨੂੰਨ ਤਾਂ ਇਹ ਕਹਿੰਦਾ ਕਿ ਜੇ ਕੋਈ ਇੱਕ ਰੁੱਖ ਨੂੰ ਵੱਢਦਾ ਹੈ ਤਾਂ ਉਸ ਦੇ ਬਦਲੇ 2 ਰੁੱਖ ਲਾਏ ਜਾਣ। ਪਰ ਇੱਥੇ ਤਾਂ ਉਲਟੀ ਗੰਗਾ ਵਹਿ ਰਹੀ ਹੈ ਕਿਉਂਕਿ ਸਰਕਾਰ ਦੇ ਵੱਲੋਂ ਖੁਦ ਆਪਣਾ ਹੀ ਨਿਯਮ ਨਹੀਂ ਮੰਨਿਆ ਜਾ ਰਿਹਾ। ਪੰਜਾਬ ਕਾਂਗਰਸ ਭਵਨ ਦੇ ਵਿੱਚੋਂ 3 ਰੁੱਖਾਂ ਨੂੰ ਜਿਹੜਾ ਹੈਗਾ ਉਹ ਵੱਢ ਦਿੱਤਾ ਗਿਆ ਅਮਨਦੀਪ ਸਿੰਘ ਬੈਂਸ ਦੇ ਕਹਿਣ ਦੇ ਮੁਤਾਬਿਕ। ਇਹ ਤਸਵੀਰਾਂ ਵੀ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ। ਉਧਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਕਾਂਗਰਸੀ ਸੰਸਦ ਮੈਂਬਰਾਂ ਦੀ ਸੰਸਦ ਵਿੱਚੋਂ ਮੁਕੰਮਲ ਗੈਰ ਹਾਜ਼ਰੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਤਾਜਪੋਸ਼ੀ ਦੇ ਜਸ਼ਨਾਂ ਦੇ ਵਿੱਚ ਕਾਂਗਰਸੀਆਂ ਨੇ ਕਿਸਾਨ ਜਥੇਬੰਦੀਆਂ ਦੀ ਅਪੀਲ ਨੂੰ ਰੋਲ ਕੇ ਰੱਖ ਦਿੱਤਾ ਹੈ। ਇਹ ਨਾ ਸਿਰਫ ਪੀਪਲਜ਼ ਵਿਪ ਦੀ ਉਲੰਘਣਾ ਹੈ ਬਲਕਿ ਦਿੱਲੀ ਦੀਆਂ ਹੱਦਾਂ ਤੇ ਕੁਰਬਾਨੀਆਂ ਦੇ ਰਹੇ ਅੰਨਦਾਤਾ ਦੀ ਤੌਹੀਨ ਵੀ ਹੈ। ਮਾਨ ਨੇ ਦੱਸਿਆ ਕਿ ਉਹਨਾਂ ਨੇ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਲਗਾਤਾਰ ਚੌਥੀ ਵਾਰੀ ਕੰਮ ਰੋਕੂ ਮਤਾ ਪੇਸ਼ ਕੀਤਾ ਸੰਸਦ ਦੇ ਵਿੱਚ, ਪਰ ਕੇਂਦਰ ਸਰਕਾਰ ਨੇ ਇਸ ਕੰਮ ਰੋਕੂ ਮਤੇ ਨੂੰ ਫੇਰ ਤੋਂ ਰੱਦ ਕਰ ਦਿੱਤਾ ਜੋ ਮੰਦਭਾਗਾ ਹੈ। ਮਾਨ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਆਮ ਆਦਮੀ ਪਾਰਟੀ ਉਦੋਂ ਤੱਕ ਸੜਕ ਤੋਂ ਲੈ ਕੇ ਸੰਸਦ ਤੱਕ ਵਿਰੋਧ ਜਾਰੀ ਰੱਖੇਗੀ। ਤੇ ਖਬਰ ਇਹ ਵੀ ਮਿਲ ਰਹੀ ਹੈ ਕਿ ਚੋਣਾਂ ਦੇ ਵਿੱਚ ਕਿਸਾਨਾਂ ਦਾ ਦਿਲ ਜਿੱਤਣ ਦੇ ਲਈ ਪੰਜਾਬ ਸਰਕਾਰ ਨੇ ਚੁੱਪ-ਚਪੀਤੇ ਦਿੱਲੀ ਮੋਰਚੇ ਵਿੱਚ ਸ਼ਹੀਦ ਸੂਬੇ ਦੇ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਡੀਸੀਸ ਦੇ ਵੱਲੋਂ ਇਸ ਬਾਰੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਮੋਗਾ ਦੇ ਡੀਸੀ ਸੰਦੀਪ ਹੰਸ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਹੁਕਮ ਨਹੀਂ ਮਿਲਿਆ। ਹਾਲਾਂਕਿ ਉਹਨਾਂ ਦੇ ਧਿਆਨ ਦੇ ਵਿੱਚ ਡੀਸੀ ਕਮਿਸ਼ਨਰ ਬਠਿੰਡਾ ਦੇ ਵੱਲੋਂ ਇਸ ਬਾਰੇ ਕਾਰਵਾਈ ਸ਼ੁਰੂ ਕਰਨ ਦਾ ਪਤਾ ਲੱਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਲੀਡਰ ਬਲੌਰ ਸਿੰਘ ਕਾਲੀ ਨੇ ਕਿਹਾ ਕਿ ਡੀਸੀ ਬਠਿੰਡਾ ਤੇ ਡੀਸੀ ਲੁਧਿਆਣਾ ਦੇ ਵੱਲੋਂ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੇ ਹਫ਼ਤੇ ਮੋਗਾ ਦੇ ਡੀਸੀ ਨੂੰ ਵੀ ਮ੍ਰਿਤਕ ਕਿਸਾਨਾਂ ਦੀ ਸੂਚੀ ਸੌਂਪੀ ਜਾਵੇਗੀ। ਦਰਅਸਲ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਸਿੰਘੂ ਬਾਰਡਰ ਸਮੇਤ ਜਿੰਨੇ ਵੀ ਬਾਰਡਰਾਂ ਤੇ ਮੋਰਚੇ ਚੱਲ ਰਹੇ ਨੇ, ਜਿੱਥੇ ਵੀ ਕਿਸਾਨ ਸ਼ਹੀਦ ਹੋਏ ਨੇ, ਜਿਹੜੇ ਵੀ ਕਿਸਾਨ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਸੂਬਾ ਸਰਕਾਰ ਦੀਆਂ 21 ਨਵੰਬਰ 2002 ਦੀਆਂ ਹਦਾਇਤਾਂ ਦੇ ਮੁਤਾਬਿਕ ਵਿਦਿਅਕ ਯੋਗਤਾ ਦੇ ਆਧਾਰ ਤੇ ਗਰੁੱਪ ਸੀ ਅਤੇ ਡੀ ਦੇ ਵਿੱਚ ਨੌਕਰੀ ਦੇਣ ਦੀ ਤਜਵੀਜ਼ ਹੈ। ਤੇ ਇਸ ਲਈ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਕੋਲੋਂ ਮੌਤ ਦਾ ਸਰਟੀਫਿਕੇਟ, ਨੌਕਰੀ ਲੈਣ ਸੰਬੰਧੀ ਬੇਨਤੀ, ਆਮਦਨ ਸੰਬੰਧੀ ਸਵੈ ਘੋਸ਼ਣਾ ਪੱਤਰ, ਪਰਿਵਾਰਕ ਮੈਂਬਰਾਂ ਦੇ ਵੱਲੋਂ ਸਵੈ ਘੋਸ਼ਣਾ ਪੱਤਰ ਕਿ ਨੌਕਰੀ ਪਰਿਵਾਰ ਦੇ ਕਿਸ ਮੈਂਬਰ ਨੂੰ ਦਿੱਤੀ ਜਾਣੀ ਹੈ, ਇਹ ਸਾਰੇ ਵੇਰਵੇ ਮੰਗੇ ਗਏ ਨੇ। CISE ਯਾਨੀ ਕਿ ਕਾਉਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਸ ਨੇ 2021 ਦੇ ਲਈ ICSE 10ਵੀਂ ਤੇ ICSE 12ਵੀਂ ਦੇ ਨਤੀਜੇ ਐਲਾਨਣ ਦੀ ਤਰੀਕ ਹੁਣ ਦੱਸ ਦਿੱਤੀ ਹੈ। 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਮੁੱਕ ਜਾਏਗੀ 24 ਜੁਲਾਈ ਨੂੰ 3 ਵਜੇ 10ਵੀਂ ਅਤੇ 12ਵੀਂ ਜਮਾਤ ਦੇ CISE ਬੋਰਡ ਦੇ ਨਤੀਜੇ ਐਲਾਨ ਦਿੱਤੇ ਜਾਣਗੇ। ਸੋ ਕੁਝ ਘੰਟਿਆਂ ਦਾ ਜਿਹੜਾ ਸਮਾਂ ਰਹਿ ਗਿਆ ਹੈ, 24 ਜੁਲਾਈ ਨੂੰ ਦੁਪਹਿਰੇ 3 ਵਜੇ ਨਤੀਜਿਆਂ ਦਾ ਐਲਾਨ ਹੋ ਜਾਵੇਗਾ। ਪੰਜਾਬ ਭਰ ਦੇ ਸਾਰੇ ਸਰਕਾਰੀ ਡਾਕਟਰਾਂ ਦੇ ਵੱਲੋਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਖਿਲਾਫ ਮੁਜ਼ਾਹਰਾ ਕੀਤਾ ਗਿਆ। ਡਾਕਟਰਾਂ ਦੇ ਵੱਲੋਂ ਚੰਡੀਗੜ੍ਹ ਮੋਹਾਲੀ ਹਾਈਵੇ ਜਾਮ ਕਰ ਦਿੱਤਾ ਗਿਆ। ਡਾਕਟਰਾਂ ਨੇ ਕਿਹਾ ਕਿ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਅਸੀਂ ਵਿਰੋਧ ਕਰ ਰਹੇ ਹਾਂ ਪਰ ਸਰਕਾਰ ਸਾਡੀ ਗੱਲ ਸੁਣ ਹੀ ਨਹੀਂ ਰਹੀ। ਪਰ ਅਸਲੀ ਗੱਲ ਤਾਂ ਇਹ ਹੈ ਕਿ ਸਰਕਾਰ ਆਪਸੀ ਆਪਣੇ ਕਲੇਸ਼ ਦੇ ਵਿੱਚ ਹੀ ਉਲਝੀ ਹੋਈ ਸੀ। ਪਰ ਜਿਹੜਾ 23 ਜੁਲਾਈ ਨੂੰ ਜਿਸ ਦਿਨ ਸਿੱਧੂ ਦਾ ਤਾਜਪੋਸ਼ੀ ਸਮਾਗਮ ਸੀ, ਉਸੇ ਦਿਨ ਡਾਕਟਰ ਹੜਤਾਲ ਕਰ ਰਹੇ ਸੀ ਤਾਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਡਾਕਟਰਾਂ ਨੂੰ ਮਿਲਣ ਦੇ ਲਈ ਪਹੁੰਚੇ ਤੇ ਭਰੋਸਾ ਦਿਵਾਇਆ ਕਿ ਮੰਗਾਂ ਮੰਨਾਂਗੇ, ਬਸ ਤੁਸੀਂ ਸਬਰ ਰੱਖੋ। SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਕਾਨਪੁਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਨਵੰਬਰ 1984 ਦੇ ਵਿੱਚ ਦਿੱਲੀ ਤੋਂ ਬਾਅਦ ਕਾਨਪੁਰ ਦੇ ਵਿੱਚ ਵੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਨਵੰਬਰ 1984 ਦੇ ਵਿੱਚ ਦਿੱਲੀ, ਕਾਨਪੁਰ, ਬੋਕਾਰੋ ਸਮੇਤ ਹੋਰਨਾਂ ਸ਼ਹਿਰਾਂ ਦੇ ਵਿੱਚ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਪਰ ਦੁੱਖ ਦੀ ਗੱਲ ਹੈ ਕਿ ਲੰਬਾ ਸਮਾਂ ਬੀਤ ਜਾਣ ਬਾਅਦ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। SGPC ਵੱਲੋਂ ਵੀ ਇਹਨਾਂ ਕੇਸਾਂ ਦੀ ਪੈਰਵਾਈ ਕੀਤੀ ਗਈ ਹੈ ਪਰ ਕਾਂਗਰਸ ਦੀ ਪੁਸ਼ਤ ਪਨਾਹੀ ਦੇ ਨਾਲ ਦੋਸ਼ੀ ਬਚਦੇ ਰਹੇ ਨੇ। ਇੱਥੋਂ ਤੱਕ ਕਿ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਕਮਲਨਾਥ ਵਰਗਿਆਂ ਨੂੰ ਕਾਂਗਰਸ ਨੇ ਸਿਆਸੀ ਅਹੁਦੇ ਦੇ ਕੇ ਨਵਾਜਿਆ। ਫੌਜ ਦੇ ਵਿੱਚ ਭਰਤੀ ਹੋਣ ਵਾਲੇ ਪੰਜਾਬੀ ਨੌਜਵਾਨਾਂ ਦੇ ਲਈ ਬੜੀ ਜ਼ਰੂਰੀ ਖਬਰ ਹੈ ਕਿ ਭਾਰਤੀ ਫੌਜ ਦੇ ਵੱਖ-ਵੱਖ ਵਰਗਾਂ ਦੇ ਵਿੱਚ ਭਰਤੀ ਲਈ ਸਰੀਰਕ ਟੈਸਟ ਦੇ ਵਿੱਚ ਪਾਸ ਹੋਏ ਉਮੀਦਵਾਰਾਂ ਦੀ 25 ਜੁਲਾਈ 2021 ਨੂੰ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਜਿਹੜੀ
ਜਿਹੜੀ ਉਹ ਕੋਵਿਡ ਅਤੇ ਮੀਂਹ ਦੇ ਕਾਰਨ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਪ੍ਰੀਖਿਆ ਦੇ ਵਿੱਚ 5 ਜ਼ਿਲ੍ਹੇ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਉਮੀਦਵਾਰਾਂ ਨੇ ਹਿੱਸਾ ਲੈਣਾ ਸੀ, ਪਰ ਇਹ ਲਿਖਤੀ ਪ੍ਰੀਖਿਆ ਹਾਲ ਦੀ ਘੜੀ ਮੁਲਤਵੀ ਕੀਤੀ ਗਈ ਹੈ। ਅਗਲੀ ਤਰੀਕ ਦਾ ਐਲਾਨ ਜਲਦ ਕੀਤਾ ਜਾਏਗਾ। ਏਮਸ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਕੋਵਿਡ ਦੀ ਤੀਸਰੀ ਲਹਿਰ ਸਤੰਬਰ ਤੋਂ ਅਕਤੂਬਰ ਤੱਕ ਆਉਣ ਦੀ ਸੰਭਾਵਨਾ ਹੈ। ਜਦੋਂ ਇਹੋ ਜਿਹੇ ਬਿਆਨ ਆਉਂਦੇ ਨੇ ਤਾਂ ਲੋਕ ਜ਼ਰੂਰ ਪੁੱਛਦੇ ਨੇ ਕਿ ਆਖਿਰਕਾਰ ਪਹਿਲਾਂ ਹੀ ਇਹਨਾਂ ਡਾਕਟਰਾਂ ਨੂੰ ਜਾਂ ਸਰਕਾਰਾਂ ਨੂੰ ਪਤਾ ਕਿਵੇਂ ਲੱਗ ਜਾਂਦਾ ਹੈ ਕਿ ਕੋਵਿਡ ਦੀ ਲਹਿਰ ਆਉਣ ਵਾਲੀ ਹੈ। ਗੁਲੇਰੀਆ ਨੇ ਹਾਲ ਹੀ ਵਿੱਚ ਸਾਹਮਣੇ ਆਏ ਸੀਰੋ ਸਰਵੇ ਦੇ ਆਧਾਰ ਤੇ ਇਹ ਗੱਲ ਕਹੀ ਹੈ ਕਿ ਜਦੋਂ ਅਸੀਂ ਭਾਰਤ ਦੀ 2/3 ਆਬਾਦੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਇਸ ਨੂੰ ਆਮ ਤੌਰ ਤੇ ਦੇਖਿਆ ਜਾਣਾ ਚਾਹੀਦਾ ਹੈ। ਸਾਡੇ ਕੋਲ ਹਾਲੇ ਵੀ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਵੱਡੀ ਆਬਾਦੀ ਸੰਵੇਦਨਸ਼ੀਲ ਹੋ ਸਕਦੀ ਹੈ ਤੇ ਸੀਰੋ ਸਰਵੇ ਦੇ ਮੁਤਾਬਿਕ ਪਤਾ ਲੱਗਿਆ ਕਿ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਾਲੇ ਵੀ ਕਰੋਨਾ ਵੈਕਸੀਨ ਲਵਾਉਣ ਤੋਂ ਝਿਜਕ ਰਹੇ ਨੇ। ਅਜਿਹੇ ਲੋਕਾਂ ਨੇ ਨਾ ਤਾਂ ਕੋਈ ਟੀਕਾ ਲਾਇਆ ਤੇ ਨਾ ਹੀ ਉਹਨਾਂ ਨੂੰ ਕੋਈ ਸੰਕਰਮਣ ਹੋਇਆ, ਪਰ ਅਜਿਹੇ ਲੋਕ ਅਤ ਸੰਵੇਦਨਸ਼ੀਲ ਵੀ ਹੋ ਜਾਂਦੇ ਨੇ, ਇਸ ਕਰਕੇ ਟੀਕਾ ਲਵਾਉਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਨਵੀਂ ਲਹਿਰ ਹੈ ਜਿਹੜੀ ਉਹ ਸਤੰਬਰ ਤੋਂ ਅਕਤੂਬਰ ਤੱਕ ਆਉਣ ਦੀ ਸੰਭਾਵਨਾ ਹੈ। ਬੱਚਿਆਂ ਨੂੰ ਤੀਸਰੀ ਲਹਿਰ ਦਾ ਖਤਰਾ ਹੈ ਜਾਂ ਨਹੀਂ ਹੈ, ਇਸ ਬਾਰੇ ਗੁਲੇਰੀਆ ਨੇ ਕਿਹਾ ਕਿ ਤੀਸਰੀ ਲਹਿਰ ਬੱਚਿਆਂ ਨੂੰ ਵਧੇਰੇ ਪ੍ਰਭਾਵਿਤ ਕਰੇਗੀ। ਇਹ ਕਿਹਾ ਜਾ ਰਿਹਾ ਹੈ ਕਿਉਂਕਿ ਬੱਚੇ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਨੇ, ਪਰ ਉਹਨਾਂ ਲਈ ਹਾਲੇ ਤੱਕ ਕੋਈ ਟੀਕਾ ਨਹੀਂ ਬਣਿਆ। ਕਰੋਨਾ ਵਾਇਰਸ ਦੇ ਕਾਰਨ 1 ਸਾਲ ਦੇ ਇੰਤਜ਼ਾਰ ਤੋਂ ਬਾਅਦ ਜਨਤਕ ਪ੍ਰਦਰਸ਼ਨਾਂ ਤੇ ਕਰੋਨਾ ਐਮਰਜੈਂਸੀ ਦੌਰਾਨ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਨੈਸ਼ਨਲ ਸਟੇਡੀਅਮ ਦੇ ਵਿੱਚ ਓਲੰਪਿਕਸ ਦੀ ਸ਼ਾਨਦਾਰ ਸ਼ੁਰੂਆਤ ਹੋ ਚੁੱਕੀ ਹੈ। ਓਲੰਪਿਕਸ 2020 ਦੀ ਉਲਟੀ ਗਿਣਤੀ ਬਾਅਦ ਨੈਸ਼ਨਲ ਸਟੇਡੀਅਮ ਦੇ ਵਿੱਚ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ। ਕਲਾਕਾਰਾਂ ਨੇ ਸਟੇਜ ਤੇ ਲਾਈਟ ਸ਼ੋਅ ਦੇ ਵਿੱਚ ਜਾਨਦਾਰ ਪੇਸ਼ਕਾਰੀ ਦਿੱਤੀ। ਉਦਘਾਟਨੀ ਸਮਾਰੋਹ ਪਰੇਡ ਦੇ ਵਿੱਚ ਭਾਰਤੀ ਟੁਕੜੀ 21ਵੇਂ ਨੰਬਰ ਤੇ ਪਹੁੰਚੀ। ਕੋਵਿਡ ਪ੍ਰੋਟੋਕਾਲ ਦੇ ਕਾਰਨ ਪਰੇਡ ਵਿਚਲੀ ਭਾਰਤੀ ਟੁਕੜੀ ਵਿੱਚ ਸਿਰਫ 22 ਐਥਲੀਟ ਤੇ 6 ਅਧਿਕਾਰੀ ਸ਼ਾਮਿਲ ਹੋਏ ਤੇ ਭਾਰਤ ਨੇ ਟੋਕੀਓ ਓਲੰਪਿਕਸ ਦੇ ਵਿੱਚ ਆਪਣੀ ਸ਼ਾਨਦਾਰ ਸ਼ੁਰੂਆਤ ਵੀ ਕਰ ਦਿੱਤੀ ਹੈ। ਤੀਰ ਅੰਦਾਜ਼ੀ ਦੇ ਵਿਅਕਤੀਗਤ ਮੁਕਾਬਲੇ ਦੇ ਵਿੱਚ ਦੁਨੀਆ ਦੀ ਨੰਬਰ 1 ਦੀਪਿਕਾ ਕੁਮਾਰੀ 9ਵੇਂ ਸਥਾਨ ਤੇ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਅਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਧੰਨਵਾਦ।